और तो इन्हों कोई बीमारी नहीं है, इन्हों तो सिर्फ तो सिर्फ अपना राज भाग चाहिए, सिर्फ तो सिर्फ कुर्सी चाहिए है, चाहे वो कोई मर्जी पार्टी हो। इन्होंने अपना राज भाग देखना, इन्होंने लोगों तक कोई मतलब नहीं। केंद्र सरकार क्यों नहीं लिख के दिंदी सुप्रीम कोर्ट में भी इन्हों दी सजावां पूरीਆਂ हो गईਆਂ, इन्हों छड्डिया जाए, पंजाब दे विच कोई माहौल नहीं खराब हुंदा। ਤੇ ਪਹਿਲਾਂ ਅਕਾਲੀ ਦਲ ਦੀ ਲਾ ਲਈਏ, ਕਾਂਗਰਸ ਦੀ ਜਦੋਂ ਕਿਉਂ ਨਹੀਂ ਬੰਦੀ ਸਿੰਘ ਰਹੇ? देखो केजरीवाल साहब तो डिक्का बनते हैं, ये कोई शक नहीं है, क्योंकि भुल्लर जी भुल्लर साहब की रिहाई है वो केजरीवाल साहब कल केजरीवाल साहब लिख के देन तो कल उत्थों रिहा हो सकते हैं। केंद्र सरकार के गोडे लवाए कि नहीं लवाए? 2% आबादी थी ना पूरे देश च, इत्थे तो साडा घर है पंजाब दे विच। ਜਿਹੜਾ देश के प्रधानमंत्री तो गल्लां कह रहे सी, देश का प्रधानमंत्री दिल्ली ਦੀਆਂ हद्दां ते बैठे लोगों की सार नहीं लै रहा। अज असी अपने पंजाब दे विच बैठे, साडा मुख्य मंत्री भी इत्थे तक नहीं पहुंचे। सारे लीडर कन्नां च उंगलियां पा के अखां ते पट्टी बन के अज बैठे मूक दर्शक होए देख रहे। ਸਤਿ ਸ਼੍ਰੀ ਅਕਾਲ, ਰਿਆਸਤ ਨਿਊਜ਼ ਦੇਖ ਰਹੇ ਹੋ ਤੁਸੀਂ। ਲਗਾਤਾਰ ਕੌਮੀ ਇਨਸਾਫ ਮੋਰਚੇ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਨੇ ਬਲਜੀਤ ਸਿੰਘ ਪੁੱਟਾ ਜੀ, ਜੋ ਕਿ ਕੌਮੀ ਇਨਸਾਫ ਮੋਰਚੇ ਵਿੱਚ ਨਿਰੰਤਰ ਆਪਣੀ ਹਾਜ਼ਰੀ ਭਰ ਰਹੇ ਨੇ, ਆਪਣੀ ਗੱਲ ਰੱਖ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਬਾਈ ਜੀ, ਜੇ ਇੱਥੇ ਘਟਨਾ ਵਾਪਰਦੀ ਹੈ ਇੱਕ, ਤਾਂ ਤੁਸੀਂ ਕਿਵੇਂ ਦੇਖਦੇ ਹੋ? ਜਥੇਬੰਦੀਆਂ ਦੇ ਸਿੰਘ ਜਾਪ ਕਰਦੇ ਜਾ ਰਹੇ ਸੀ, ਪਾਣੀ ਦੀਆਂ ਵਿਛਾੜਾਂ ਹੁੰਦੀਆਂ, ਲਾਠੀ ਚਾਰਜ ਹੁੰਦਾ, ਤੁਸੀਂ ਕਿਵੇਂ ਦੇਖਦੇ ਹੋ? देखो ये सरकार ने बहुत निंदणयोग जी है इत्थे कार्रवाई कल की है, और बहुत ही शांतमई तरीके नाल 1 महीने तो भी 1 दिन उपर हो गया। अज उस दिन तो ही जिहड़ा मोर्चा इत्थे शांतमई तरीके नाल चल रहा, और जो फैसला होया भी 31 मैंबरां दा जत्था जिहड़ा भगवंत मान जी दी नूं जाके उत्थे उन्होंने कोठी के अगे सिमरन करके 2-4 घंटे 3 घंटे बाद वापस इत्थे आएगा, और उस तरीके नाल जांदा रहा। और तीसरे दिन जिहड़ा ये जो बड़ी वड्डी साजिश नाल यूटी दी पुलिस वालों जिहड़ा इत्थे हमला किया गया, जो जत्था जा रहा सी, जिहदे उत्ते एक अणपछाते लोगों तो पथरा दा पहला पथरा करवाया गया, और उस तो बाद फिर उन्हां दे उत्ते गंदे पानी दीयां विछाड़ां, लाठी चार्ज, और ਇੰਨੀ ਜ਼ਿਆਦਾ ਧੱਕੇਸ਼ਾਹੀ ਉਸ ਸਮੇਂ ਕੀਤੀ ਕਿ ਸਾਡੀਆਂ ਬੀਬੀਆਂ ਦੇ ਔਰ ਸਾਡੇ ਬਜ਼ੁਰਗਾਂ ਦੇ, ਨੌਜਵਾਨਾਂ ਦੀਆਂ ਦਸਤਾਰਾਂ, ਬੀਬੀ ਦੀਆਂ ਸਿਰਾਂ ਤੋਂ ਦੁਪੱਟੇ ਜਿਹੜੇ ਉਹ ਅਸੀਂ ਉੱਤਰਦੇ ਦੇਖੇ। ਮੈਂ ਸਮਝਦਾ ਇਹ ਬਹੁਤ ਹੀ ਨਿੰਦਣਯੋਗ ਆ। ਔਰ ਅੱਜ ਅਸੀਂ ਜਿਹੜੀ ਗੱਲ ਦੇਖ ਰਹੇ ਹਾਂ ਵੀ ਅੱਜ ਜਿਹੜਾ ਇਸ ਬਾਰਡਰ ਦੇ ਉੱਤੇ ਜਿਹੜੀ ਸਾਡੀ ਪੰਜਾਬ ਦੀ ਰਾਜਧਾਨੀ ਆ, ਔਰ ਜਿਹੜੇ ਪੰਜਾਬ ਦੇ ਪਿੰਡਾਂ ਨੂੰ ਉਠਾ ਕੇ ਜਿਹੜੀ ਇਹ ਰਾਜਧਾਨੀ ਬਣਾਈ ਗਈ, ਔਰ ਸਾਡਾ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਹੱਕ ਆ, और साडे पंजाब दे चुने हुए जिहड़े साडे नुमाइंदे, मंत्री, मुख मंत्री सारे इस सिटी दे अंदर रह रहे ने, और साडा हक आ मुढ़ला जिथे साडा प्रोटेस्ट हर एक जिहड़ा देश दा वासी आ वो कर सकदा है शांतमई तरीके नाल। अच्छा बाई जी, तुसीं कहंदे हो इस सिटी दे विच रहिंदे ने वड्डे लीडर ने, कई मंत्री ने, साबका ने, मौजूदा ने, सिख गुरु ने, सिखां दे नेगे, वो भी उन्हां लई भी तां गुरु साहब ही ने, वो क्यों नहीं पहुंचदे फिर विच? देखो ये बहुत दुख दी गल है, ये श्री गुरु ग्रंथ साहब जी ਸਾਰਿਆਂ ਲਈ ਉਪਦੇਸ਼ ਕਰ ਰਹੇ ਆ। ਜਿੰਨੀ ਵੀ ਦੇਸ਼ ਦੁਨੀਆ ਇੱਥੇ ਦੁਨੀਆ ਦੇ ਵਾਸਤੇ ਹੀ ਉਹਨਾਂ ਦੇ ਜਿਹੜੇ ਉਪਦੇਸ਼ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਬਾਣੀ ਹੈ ਉਹਨੂੰ ਸੇਧ ਦਿੰਦੀ ਹੈ। ਔਰ ਜਿੰਨੇ ਸਰਕਾਰਾਂ ਬਣਦੀਆਂ, ਜਿੰਨੇ ਸਾਡੇ ਮੰਤਰੀ ਨੇ ਇੱਥੇ, ਉਹ ਸਾਰਿਆਂ ਨੇ ਦੇਖੋ ਸਰਕਾਰਾਂ ਦੇ ਵਿੱਚ, ਰਾਜ ਭਾਗ ਦੇ ਵਿੱਚ ਆਨੰਦ ਮਾਣੇ। ਪਰ ਅੱਜ ਤੁਸੀਂ ਜਿਹੜੀ ਗੱਲ ਕਹੀ ਹੈ ਬਿਲਕੁਲ ਠੀਕ ਆ ਵੀ ਇੱਥੇ ਕੋਈ ਵੀ ਵੱਡਾ ਆਗੂ, ਕੋਈ ਪੋਲੀਟੀਕਲ ਲੀਡਰ ਜਿਹੜੇ ਪਿਛਲੇ ਸਮੇਂ ਮੰਤਰੀ ਰਹੇ ਜਾਂ ਹੁਣ ਮੰਤਰੀ ਨੇ, ਜਿਵੇਂ ਪਰ ਇਹ ਜਿਹੜੀ ਸਰਕਾਰ ਚੱਲ ਰਹੀ ਹੈ ਮੌਜੂਦਾ, ਇਹ ਸਰਕਾਰ ਨੇ ਵੀ ਬੜੇ ਪਿਛਲੇ ਸਮੇਂ ਵਾਅਦੇ ਕੀਤੇ ਵੀ 24 ਘੰਟੇ ਦੇ ਵਿੱਚ ਅਸੀਂ ਇਨਸਾਫ ਦੇਵਾਂਗੇ, ਪਰ ਉਹ ਮੁੱਖ ਮੰਤਰੀ ਅੱਜ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਉਹਨੇ ਵੀ ਆ ਕੇ ਅੱਜ ਇੱਥੇ ਸਾਰ ਨਹੀਂ ਲਈ। ਜਿਹੜਾ ਕਿ ਪਿਛਲੇ ਸਮੇਂ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗੱਲਾਂ ਕਹਿ ਰਿਹਾ ਸੀ ਵੀ ਦੇਸ਼ ਦਾ ਪ੍ਰਧਾਨ ਮੰਤਰੀ ਦਿੱਲੀ ਦੀਆਂ ਹੱਦਾਂ ਤੇ ਬੈਠੇ ਲੋਕਾਂ ਦੀ ਸਾਰ ਨਹੀਂ ਲੈ ਰਿਹਾ। ਅੱਜ ਅਸੀਂ ਆਪਣੇ ਪੰਜਾਬ ਦੇ ਵਿੱਚ ਬੈਠੇ ਆ, ਸਾਡਾ ਮੁੱਖ ਮੰਤਰੀ ਵੀ ਇੱਥੇ ਤੱਕ ਨਹੀਂ ਪਹੁੰਚਿਆ। ਔਰ ਦੂਜੀ ਗੱਲ ਜਿਹੜੀ ਖਾਸ ਤੌਰ ਤੇ ਅੱਜ ਮੈਂ ਸਮਝਦਾ ਜਿੰਨੇ ਪੋਲੀਟੀਕਲ ਲੀਡਰ ਨੇ, ਉਹ ਸਾਰੇ ਪੋਲੀਟੀਕਲ ਲੀਡਰ ਇਸ ਮੋਰਚੇ ਦੇ ਵਿੱਚ ਪਹੁੰਚਣ ਦੀ ਬਜਾਏ ਅੱਜ ਉਹ ਵਿਆਹਾਂ ਸ਼ਾਦੀਆਂ ਦੀਆਂ ਫੋਟੋਆਂ, ਅੱਜ ਭੋਗਾਂ ਦੇ ਉੱਤੇ ਜਾਣ ਦੀਆਂ ਫੋਟੋਆਂ, ਤੁਸੀਂ ਜਿਹੜੇ ਮਰਜ਼ੀ ਪੋਲੀਟੀਕਲ ਲੀਡਰ ਦੀ ਦੇਖ ਲਓ, ਅੱਜ ਫੇਸਬੁੱਕ ਖੋਲ੍ਹ ਕੇ ਦੇਖ ਲਓ, ਸਾਰਿਆਂ ਦੀਆਂ ਫੇਸਬੁੱਕਾਂ ਦੇ ਉੱਤੇ
ਵਿਆਹ ਭੋਗ ਦੀਆਂ ਫੋਟੋਆਂ ਰੋਜ਼ ਨਿਤ ਵਾਇਰਲ ਕਰ ਰਹੇ ਨੇ, ਪਰ ਇੱਥੇ ਕੋਈ ਜਿਹੜਾ ਲੀਡਰ ਆ, ਪੋਲੀਟੀਕਲ ਲੀਡਰ ਆ ਜਿਹੜਾ ਇੱਥੇ ਆ ਕੇ ਜਿਹੜੀ ਸਪੋਰਟ ਨਹੀਂ ਕਰ ਰਿਹਾ। ਅੱਛਾ ਬਾਈ ਜੀ, ਤੁਸੀਂ ਵਿਆਹ ਦੀ ਗੱਲ ਕੀਤੀ ਆ, ਉਹਨਾਂ ਕਹਿਣਾ ਵਿਆਹ ਤਾਂ ਭਾਈ ਅਮਰਤਪਾਲ ਵੀ ਕਰਾ ਰਹੇ ਨੇ ਕੱਲ। ਨਹੀਂ ਦੇਖੋ, ਵਿਆਹ ਕਰਾਉਣਾ ਉਹ ਇੱਕ ਦੇਖੋ ਹਰ ਇੱਕ ਉਸ ਉਮਰ 'ਚ ਜਾ ਕੇ ਗ੍ਰਸਤੀ ਦਾ ਜੀਵਨ ਅਪਣਾਉਂਦਾ, ਪਰ ਇੱਕ ਅੱਜ ਜਿਹੜਾ ਸਾਡਾ ਸਭ ਤੋਂ ਵੱਡਾ ਮੋਰਚਾ ਇੱਥੇ ਲੱਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ, ਸਾਨੂੰ ਸਭ ਤੋਂ ਉੱਪਰ ਸੁਪਰੀਮ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਅੱਜ ਉਹਨਾਂ ਦੀ ਜਿਹੜੇ ਇਨਸਾਫ ਲਈ ਜੋ ਪਿਛਲੇ ਸਮੇਂ ਬੇਅਦਬੀ ਹੋਈ, ਜੋ 328 ਸਰੂਪ ਸਾਡੇ ਲਾਪਤਾ ਹੋਏ, ਔਰ ਜੋ ਸਾਡੇ ਬੰਦੀ ਸਿੰਘ ਨੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਕੈਦ ਕਰਕੇ ਧੱਕੇ ਨਾਲ ਸਰਕਾਰਾਂ ਨੇ ਰੱਖਿਆ ਹੋਇਆ, ਉਹਦੇ ਇਨਸਾਫ ਲਈ, ਔਰ ਜੇ ਉਹ ਬੇਅਦਬੀ ਹੋਈ ਪਿਛਲੇ ਸਮੇਂ ਉਹਦੇ ਇਨਸਾਫ ਲਈ ਜੋ ਮੋਰਚਾ ਲੱਗਿਆ ਸਭ ਦਾ ਸਾਂਝਾ। ਔਰ ਅੱਜ ਮੈਂ ਸਮਝਦਾ ਇੱਥੇ ਸਾਰੀਆਂ ਪਾਰਟੀਆਂ ਦੇ, ਜਿਹੜੀ ਮਰਜ਼ੀ ਪਾਰਟੀ ਨੂੰ ਕੋਈ ਬਿਲੋਂਗ ਕਰਦਾ, ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਜਿਹੜਾ ਉਹਨਾਂ ਨੂੰ ਇਸ ਵਿੱਚ ਜੁੜਨਾ ਚਾਹੀਦਾ। ਔਰ ਜਿਹੜੀਆਂ ਸਰਕਾਰਾਂ ਨੇ, ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਪੰਜਾਬ ਸਰਕਾਰ ਹੈ, ਇਹਨਾਂ ਸਰਕਾਰਾਂ ਨੂੰ ਅੱਜ ਜੋ ਲੋਕਾਂ ਦੀ ਮੰਗ ਹੈ, ਇਹ ਇਨਸਾਫ ਹੈ, ਮਿਲਣਾ ਚਾਹੀਦਾ। ਬਾਈ ਜੀ, ਇਹ ਸਰਕਾਰਾਂ ਨੂੰ ਕਹਿ ਰਹੇ ਆ ਆਪਾਂ, ਇਹ ਮੁੱਦਾ ਹੁਣ ਦਾ ਨਹੀਂ, ਕਾਫੀ ਟਾਈਮ ਦਾ। ਅਕਾਲੀ ਦਲ ਵੀ ਆਈ, ਕਾਂਗਰਸ ਵੀ ਆਈ, ਤੇ ਪਹਿਲਾਂ ਅਕਾਲੀ ਦਲ ਦੀ ਲਾ ਲਈਏ, ਕਾਂਗਰਸ ਦੀ, ਜਦੋਂ ਕਿਉਂ ਨਹੀਂ ਬੰਦੀ ਸਿੰਘ ਰਿਹਾ? ਦੇਖੋ, ਬਹੁਤ ਤੁਹਾਡਾ ਚੰਗਾ ਸਵਾਲ ਹੈ ਇਹ, ਠੀਕ ਹੈ ਗੱਲ ਬਿਲਕੁਲ, ਕਿਉਂਕਿ ਜੇ ਰੌਲਾ ਇਹ ਪਹਿਲੇ ਦਿਨ ਤੋਂ ਹੀ ਪੈਂਦਾ, ਜਿਸ ਦਿਨ ਤੋਂ ਇਹ ਘਟਨਾ ਵਾਪਰੀ ਉਸ ਦਿਨ ਤੋਂ ਹੀ ਸੰਗਤ ਇਨਸਾਫ ਦੀ ਮੰਗ ਕਰ ਰਹੀ ਹੈ। ਔਰ ਹਰ ਸਰਕਾਰ, ਚਾਹੇ ਉਹ ਪਿਛਲੀ ਅਕਾਲੀ ਦਲ ਦੀ ਸਰਕਾਰ ਸੀ, ਚਾਹੇ ਉਹ ਕਾਂਗਰਸ ਦੀ ਸਰਕਾਰ ਸੀ, ਇਹਨਾਂ ਸਾਰਿਆਂ ਨੇ ਵਾਅਦੇ ਕੀਤੇ ਵੀ ਅਸੀਂ ਇਨਸਾਫ ਦੇਵਾਂਗੇ, ਔਰ ਸਾਰੀ ਸੰਗਤ ਇਸ ਇਨਸਾਫ ਦੀ ਉਡੀਕ ਕਰਦੀ ਰਹੀ। ਔਰ ਜਿਹੜੀ ਨਵੀਂ ਬਣੀ ਸਰਕਾਰ ਹੈ, ਇਸ ਸਰਕਾਰ ਨੇ ਵੀ ਇਹ ਵਾਅਦਾ ਕੀਤਾ ਵੀ ਅਸੀਂ 24 ਘੰਟੇ ਦੇ ਵਿੱਚ ਅਸੀਂ ਜਿਹੜਾ ਉਹਨਾਂ ਲੋਕਾਂ ਨੂੰ, ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਾਂਗੇ। ਔਰ ਇਸ ਸਾਡੇ ਸਰਕਾਰ ਦਾ ਸਪੀਕਰ ਸਾਹਿਬ ਨੇ ਜਿਹੜੇ, ਉਹ ਸਪੀਕਰਾਂ ਨੇ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਉਸ ਮੋਰਚੇ 'ਚ ਜਾ ਕੇ ਇਹ ਗੱਲ ਕਹੀ ਕਿ ਮੈਂ 1.5 ਮਹੀਨੇ ਦੇ ਵਿੱਚ ਤੁਹਾਨੂੰ ਇਨਸਾਫ ਦਿਵਾਵਾਂਗਾ, ਨਹੀਂ ਮੈਂ ਆ ਕੇ ਤੁਹਾਡੇ ਨਾਲ ਬੈਠੂੰਗਾ। ਅੱਜ ਅਸੀਂ ਉਹਨਾਂ ਨੂੰ, ਲੋਕਾਂ ਨੂੰ ਪੁੱਛਣਾ ਚਾਹੁੰਦੇ ਹਾਂ, ਚਾਹੇ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ, ਚਾਹੇ ਉਹ ਸੰਧਵਾ ਸਾਹਿਬ ਨੇ, ਉਹਨਾਂ ਮੈਂ ਸਮਝਦਾ ਅੱਜ ਉਹ ਬਿਲਕੁਲ ਬੇਮੁਖ ਹੋ ਗਏ ਗੁਰੂ ਸਾਹਿਬ ਤੋਂ। ਐਡਾ ਵੱਡਾ ਵਾਅਦਾ ਕਰਕੇ ਅੱਜ ਉਹ ਮੁੱਕਰ ਗਏ। ਇਹ ਤਾਂ ਹੁਣ ਆਉਣ ਵਾਲੇ ਸਮੇਂ, ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਪਿਛਲੀਆਂ ਸਰਕਾਰਾਂ ਨੇ, ਜੇ ਉਹਨਾਂ ਨੇ ਇਨਸਾਫ ਨਹੀਂ ਦਿੱਤਾ ਤਾਂ ਉਹਨਾਂ ਨੂੰ ਦੇਖੋ, ਜੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਉਹਨਾਂ ਨੇ, ਚਾਹੇ ਉਹ ਜਿਹੜੀ ਮਰਜ਼ੀ ਪਿਛਲੀ ਸਰਕਾਰ ਹੈ, ਤਾਂ ਅੱਜ ਲੋਕਾਂ ਨੇ ਉਹਨਾਂ ਨੂੰ ਕੁਰਸੀਆਂ ਤੋਂ ਥੱਲੇ ਤਾਰਿਆ, ਔਰ ਉਹ ਅੱਜ ਭਟਕਦੇ ਫਿਰ ਰਹੇ ਨੇ। ਔਰ ਮੈਂ ਸਮਝਦਾ ਜਿਹੜੀ ਇਹ ਸਰਕਾਰ ਆ ਮੌਜੂਦਾ, ਜੇ ਇਹਨਾਂ ਨੇ ਵੀ ਉਹੀ ਅੱਜ ਰੁੱਖ ਬਣਾਇਆ ਹੋਇਆ, ਲੋਕ ਇਹਨਾਂ ਨੂੰ ਵੀ ਚੱਲਦੇ ਕਰ ਦੇਣਗੇ। ਸੰਧਵਾ ਸਾਹਿਬ ਦੀ ਗੱਲ ਕਰ ਲਈਏ ਜਾਂ ਹੋਰ ਲੀਡਰ ਨੇ, ਸੰਧਵਾ ਸਾਹਿਬ ਤਾਂ ਜ਼ਿਆਦਾ ਦੂਰ ਨਹੀਂ, 5 ਕਿਲੋਮੀਟਰ ਦੂਰ ਆ ਇੱਥੋਂ, ਉੱਥੇ ਵੀ ਤਾਂ ਪਹੁੰਚੇ ਸੀ, ਇੱਥੇ ਵੀ ਪਹੁੰਚ ਸਕਦੇ ਨੇ। ਦੇਖੋ, ਜਿੰਨੇ ਲੀਡਰ ਨੇ, ਸਾਰੇ ਲੀਡਰ ਕੰਨਾਂ 'ਚ ਉਂਗਲੀਆਂ ਪਾ ਕੇ, ਅੱਖਾਂ ਤੇ ਪੱਟੀ ਬੰਨ੍ਹ ਕੇ ਅੱਜ ਬੈਠੇ ਮੂਕ ਦਰਸ਼ਕ ਹੋਏ ਦੇਖ ਰਹੇ ਨੇ। ਮੈਂ ਸਮਝਦਾ ਇਹ ਬਹੁਤ ਵੱਡੀ ਸਾਡੀ ਲੋਕ ਅੱਜ ਮਹਿਸੂਸ ਕਰ ਰਹੇ ਵੀ ਸਾਡੇ ਤੋਂ ਵੱਡੀ ਗਲਤੀ ਹੋਈ ਹੈ। ਔਰ ਅੱਜ ਇਹ ਲੋਕ ਬਣਨ ਜੋਗੇ ਵੀ ਨਹੀਂ ਰਹੇ, ਚਾਹੇ ਪਿਛਲੀ ਸਰਕਾਰ ਵਾਲੇ ਸਮੇਂ ਵਾਲੇ ਲੋਕ ਨੇ, ਕਿਉਂਕਿ ਇਹਨਾਂ ਨੇ ਜੋ ਗਲਤੀਆਂ ਕੀਤੀਆਂ, ਉਹ ਗਲਤੀਆਂ ਦਾ ਜਿਹੜਾ ਖਮਿਆਜਾ ਪਿਛਲੀ ਸਰਕਾਰ ਵਾਲਿਆਂ ਨੇ ਭੁਗਤ ਲਿਆ, ਹੁਣ ਵਾਲਿਆਂ ਨੂੰ ਭੁਗਤਣਾ ਪੈਣਾ। ਸੋ ਅਸੀਂ ਮੰਗ ਕਰਦੇ ਹਾਂ ਹੁਣ ਵੀ ਸਰਕਾਰਾਂ ਜਾਗਣ। ਸਰਕਾਰਾਂ ਜੇ ਨਹੀਂ ਸਰਕਾਰਾਂ ਜਾਗਣਗੀਆਂ ਤਾਂ ਲੋਕਾਂ ਦਾ ਜਿਹੜਾ ਹਜੂਮ ਆ, ਲੋਕਾਂ ਦਾ ਜਿਹੜੀ ਤਾਦਾਦ ਇੱਥੇ ਆਉਣ ਦੀ, ਉਹ ਦਿਨ ਪ੍ਰਤੀ ਦਿਨ ਬਹੁਤ ਵੱਧ ਰਹੀ ਹੈ। ਔਰ ਇਹ ਮੈਂ ਸਮਝਦਾ ਵੱਡਾ ਜਿਹੜਾ ਸੰਘਰਸ਼ ਹੈ ਇੱਥੋਂ ਆਉਣ ਵਾਲੇ ਸਮੇਂ 'ਚ ਵਿੱਢਿਆ ਜਾਣਾ। ਅੱਛਾ, ਸਿੱਖ ਸੰਸਥਾ ਵਾ ਸ਼੍ਰੋਮਣੀ ਕਮੇਟੀ, ਕੀ ਲੱਗਦਾ ਉਹਨਾਂ ਨੂੰ ਪੰਜਾਬ ਦਾ ਮਾਮਾ, ਪੰਜਾਬ ਦੇ ਲੋਕ ਨੇ ਇੱਥੇ ਸਿੱਖ ਰਿਹਾਈ ਲਈ ਬੈਠੇ ਨੇਗੇ, ਉਹਨਾਂ ਨੂੰ ਲੰਗਰ ਲਗਾ ਦੇਣੇ ਚਾਹੀਦੇ, ਇੱਥੇ ਸ਼ਮੂਲੀਅਤ ਕਰ ਦੇਣੀ ਚਾਹੀਦੀ ਹੈ, ਵਿੱਚ ਆਉਣਾ ਚਾਹੀਦਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜਿਹੜੇ ਸੰਬੰਧਿਤ ਸਾਡੇ ਮਸਲੇ ਨੇ, ਚਾਹੇ ਉਸ 328 ਸਰੂਪਾਂ ਦਾ ਮਸਲਾ ਹੈ, ਉਸ 328 ਸਰੂਪਾਂ ਦੇ ਮਸਲੇ ਨੂੰ ਸ਼੍ਰੋਮਣੀ ਕਮੇਟੀ ਨੂੰ ਬੜੀ ਸੰਜੀਦਗੀ ਨਾਲ ਲੈਣਾ ਚਾਹੀਦਾ, ਔਰ ਲੈ ਕੇ ਉਹਦੇ ਉੱਤੇ ਕਲੀਅਰ ਗੱਲ ਕਰਨੀ ਚਾਹੀਦੀ ਆ, ਬਿਲਕੁਲ ਕਲੀਅਰ, ਵੀ ਜੋ ਦੋਸ਼ੀ ਨੇ ਉਹਨਾਂ ਦੋਸ਼ੀਆਂ ਨੂੰ ਕੀ ਸਜ਼ਾਵਾਂ ਦਿੱਤੀਆਂ, ਉਹ ਸਰੂਪ ਕਿੱਥੇ ਗਏ, ਉਸ ਗੱਲ ਦੀ ਜੇ ਅੱਜ ਤੱਕ ਕਲੀਅਰੈਂਸ ਨਹੀਂ ਹੋਈ ਤਾਂ ਹੀ ਅੱਜ ਜਿਹੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇੱਥੋਂ ਜਿਹੜੀ ਹੈ ਉਹਨਾਂ ਦਾ ਲੋਕਾਂ ਨੇ ਵਿਰੋਧ ਕੀਤਾ। ਸੋ ਮੈਂ ਸਮਝਦਾ ਅਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਜਿਹੜੀ ਹੈ ਫਰਜ਼ ਨੇ, ਜੋ ਲੋਕਾਂ ਦੀ ਇੱਕ ਉਹਨਾਂ ਵੱਲ ਨਿਗਾਹ ਵੀ ਇਸ ਇਨਸਾਫ ਦੇਣ ਦੀ ਕੋਈ ਗੱਲ ਕਰਨਗੇ ਤਾਂ 328 ਸਰੂਪਾਂ ਵਾਲਾ ਇਨਸਾਫ ਜਿਹੜਾ ਦੇਣਾ ਚਾਹੀਦਾ। ਔਰ ਜਿਨ੍ਹਾਂ ਨੇ ਪਿਛਲੀ ਸਰਕਾਰ ਦੇ ਸਮੇਂ, ਅਕਾਲੀ ਦਲ ਦੇ ਰਾਜ ਭਾਗ ਦੇ ਸਮੇਂ ਜਿਨ੍ਹਾਂ ਨੇ ਗਲਤੀਆਂ ਕੀਤੀਆਂ, ਉਹਨਾਂ ਨੂੰ ਵੀ ਸੰਗਤ ਤੋਂ ਮਾਫੀ ਮੰਗਣੀ ਚਾਹੀਦੀ ਹੈ, ਸੰਗਤ ਤੋਂ ਗਲਤੀ ਆਪਣੀ ਐਕਸੈਪਟ ਕਰਨੀ ਚਾਹੀਦੀ ਹੈ। ਨਹੀਂ, ਇਹਨਾਂ ਦਾ ਬਿਲਕੁਲ ਭਲਾ ਹੋਣ ਵਾਲਾ ਨਹੀਂ ਜੇ ਇਹਨਾਂ ਨੇ ਆਪਣੀ ਗਲਤੀਆਂ ਨਾ ਮੰਨੀਆਂ, ਜੇ ਔਰ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਜੇ ਇਹਨਾਂ ਨੂੰ ਸਜ਼ਾਵਾਂ ਨਾ ਦਿੱਤੀਆਂ ਤਾਂ ਮੈਂ ਸਮਝਦਾ ਲੋਕ ਇਹਨਾਂ ਨੂੰ ਕਦੇ ਵੀ ਮਾਫ ਨਹੀਂ ਕਰਨਗੇ। ਕਿਵੇਂ ਲੱਗਦਾ ਤੁਹਾਡਾ ਨਿੱਜੀ ਓਪੀਨੀਅਨ ਹੋਣਾ, ਕੀ ਅੜਿੱਕਾ ਕੌਣ ਬਣ ਰਿਹਾ, ਕਿਉਂ ਨਹੀਂ ਫਿਰ ਰਿਹਾਈ ਮਿਲਦੀ? ਦੇਖੋ, ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਜਿਹੜੀ ਵੀ ਸਰਕਾਰ ਬਣਦੀ ਹੈ ਉਹ ਸਰਕਾਰ ਕੇਂਦਰ ਸਰਕਾਰ ਨਾਲ ਰਲ ਜਾਂਦੀ ਹੈ। ਔਰ ਅੱਜ ਤੁਸੀਂ ਦੇਖੋ ਭਗਵੰਤ ਮਾਨ, ਬਿਲਕੁਲ ਅਸੀਂ ਇਹ ਗੱਲ ਦਾ, ਤੁਸੀਂ ਜਦੋਂ ਅਸੀਂ ਚੰਡੀਗੜ੍ਹ ਦੇ ਬਾਰਡਰ ਤੇ ਗਏ ਹਾਂ
ਤਾਂ ਮੁੱਖ ਮੰਤਰੀ ਪੰਜਾਬ ਦਾ ਹੋਵੇ ਔਰ ਪੰਜਾਬ ਦੇ ਲੋਕ ਮਿਲਣਾ ਚਾਹਣ ਆਪਣੀ ਮੰਗ ਨੂੰ ਲੈ ਕੇ, ਕਿਉਂ ਨਹੀਂ ਸਾਨੂੰ ਮਿਲਣ ਦਿੱਤਾ ਜਾ ਰਿਹਾ। ਔਰ ਇੱਥੇ ਤੱਕ ਵੀ ਕਿਹਾ ਸਾਡੇ ਜਿਹੜਾ ਇੱਥੋਂ ਕੌਮੀ ਇਨਸਾਫ ਮੋਰਚੇ ਦੀ ਮੁੱਖ ਟੀਮ ਹੈ ਵੀ ਤੁਸੀਂ ਇੱਕ ਇੱਥੇ ਦਫਾ 144 ਲਾਈ ਹੋਈ ਆ, ਦਫਾ 144 ਦੇ ਵਿੱਚ ਇਹ ਮੈਂਸ਼ਨ ਹੈ ਵੀ 5 ਬੰਦਿਆਂ ਤੋਂ ਵੱਧ ਤੁਸੀਂ ਇਕੱਠੇ ਨਹੀਂ ਹੋ ਸਕਦੇ। ਫਿਰ 5 ਬੰਦਿਆਂ ਦਾ ਜੱਥਾ ਵੀ ਕਿਹਾ ਜੀ, 31 ਮੈਂਬਰਾਂ ਦਾ ਜੱਥਾ ਸਾਡਾ ਇੱਥੇ ਪਹੁੰਚ ਗਿਆ, ਤੁਸੀਂ ਸਿਰਫ 5 ਮੈਂਬਰਾਂ ਦਾ ਜੱਥਾ ਜਿਹੜਾ ਸਾਡਾ ਸੀਐਮ ਦੀ ਕੋਠੀ ਨੂੰ ਭੇਜ ਦਿਓ, ਉੱਥੇ ਆਪਣੀ ਉਹ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਉਹ ਵਾਪਸ ਆ ਜਾਏਗਾ। ਇਹਦਾ ਮਤਲਬ ਗੱਲ ਇਹ ਆ ਵੀ ਜਦੋਂ 5 ਮੈਂਬਰਾਂ ਦੇ ਜੱਥੇ ਨੂੰ ਵੀ ਨਹੀਂ ਮੰਨੇ ਮੁੱਖ ਮੰਤਰੀ ਸਾਹਿਬ, ਜੇ ਮੁੱਖ ਮੰਤਰੀ ਲੋਕਾਂ ਨੇ ਪੰਜਾਬ ਦੇ ਨੇ ਚੁਣਿਆ, ਇਹ ਜ਼ਰੂਰੀ ਨਹੀਂ ਹੈਗਾ ਵੀ ਲੋਕ ਉੱਥੇ ਜਾ ਕੇ ਸੰਗਤ ਜਾ ਕੇ ਉੱਥੇ ਆ ਕੇ ਉਹਨਾਂ ਨੂੰ ਅਪੀਲ ਕਰੇ। ਮੁੱਖ ਮੰਤਰੀ ਸਾਹਿਬ ਅੱਜ ਇੱਥੇ ਆਉਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ, ਔਰ ਮੁੱਖ ਮੰਤਰੀ ਸਾਹਿਬ ਦੀ ਜਿੰਨੀ ਕੈਬਨਿਟ ਹੈ ਉਹ ਸਾਰੇ ਆ ਕੇ ਇੱਥੇ ਆ ਕੇ ਮੋਰਚੇ ਦੇ ਵਿੱਚ ਇਹ ਗੱਲ ਕਹਿਣ ਵੀ ਅਸੀਂ ਕਿੰਨੇ ਦਿਨਾਂ ਦੇ ਵਿੱਚ 10 ਦਿਨ 'ਚ 5 ਦਿਨ 'ਚ 4 ਦਿਨ 'ਚ ਅਸੀਂ ਇਹ ਫੈਸਲਾ ਕਰਾਂਗੇ, ਅਸੀਂ ਇਹ ਜਿਹੜੀਆਂ ਤੁਹਾਡੀਆਂ ਮੰਗਾਂ ਰਿਹਾਈ ਮੰਗਾਂਗੇ। ਜੋ ਰਿਹਾਈ ਦੇ ਵਿੱਚ ਜਿਹੜੇ ਸਾਡੇ ਬੰਦੀ ਸਿੰਘ ਅੰਦਰ ਨੇ ਉਹ ਉਹਨਾਂ ਵਾਸਤੇ ਜੇ ਸਰਕਾਰ ਸੰਜੀਦਾ ਹੈ, ਜੇ ਸਰਕਾਰ ਇਸ ਗੱਲ ਨੂੰ ਮੰਨਦੀ ਹੈ ਵੀ ਉਹ ਗਲਤ ਆਪਣੀ ਸਜ਼ਾਵਾਂ ਪੂਰੀਆਂ ਕਰਕੇ ਬਿਲਕੁਲ ਉਹ ਗਲਤ ਅੰਦਰ ਰੱਖੇ ਗਏ ਨੇ, ਤਾਂ ਸਰਕਾਰ ਕਿਉਂ ਨਹੀਂ ਆਪਣਾ ਵਿਧਾਨ ਸਭਾ 'ਚ ਮਤਾ ਪਾਸ ਕਰਦੀ? ਸਰਕਾਰ ਕਿਉਂ ਨਹੀਂ ਲਿਖ ਕੇ ਦਿੰਦੀ ਕੇਂਦਰ ਸਰਕਾਰ ਨੂੰ? ਸਰਕਾਰ ਕਿਉਂ ਨਹੀਂ ਲਿਖ ਕੇ ਦਿੰਦੀ ਸੁਪਰੀਮ ਕੋਰਟ ਨੂੰ? ਕੇਂਦਰ ਸਰਕਾਰ ਕਿਉਂ ਨਹੀਂ ਲਿਖ ਕੇ ਦਿੰਦੀ ਸੁਪਰੀਮ ਕੋਰਟ ਨੂੰ ਵੀ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਇਹਨਾਂ ਨੂੰ ਛੱਡਿਆ ਜਾਵੇ, ਪੰਜਾਬ ਦੇ ਵਿੱਚ ਕੋਈ ਮਾਹੌਲ ਨਹੀਂ ਖਰਾਬ ਹੁੰਦਾ। ਜੇ ਜਿਹੜਾ ਹੁਣ ਸੁਪਰੀਮ ਕੋਰਟ ਨੇ ਇੱਕ ਲਾਗੂ ਕਰਿਆ, ਜੋ ਉਹਨਾਂ ਨੇ ਇੱਥੇ ਪਾਸ ਕੀਤਾ, ਯੂਪੀ ਦੀ ਸਰਕਾਰ ਨੂੰ ਕਿਹਾ ਵੀ ਤੁਸੀਂ ਜਿਹੜੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਮੈਂ ਸਮਝਦਾ ਉਹ ਵੀ ਕਿਤੇ ਨਾ ਕਿਤੇ ਪੰਜਾਬ ਤੇ ਵੀ ਉਹ ਚੀਜ਼ ਲਾਗੂ ਹੋ ਗਈ ਹੈ। ਸਾਡੇ ਜਿਹੜੇ ਵੱਡੇ ਐਡਵੋਕੇਟ ਸਾਹਿਬ ਨੇ ਕੋਈ ਵੀ ਜਿਹੜੇ ਉਹਨਾਂ ਨੂੰ ਵੀ ਮੈਂ ਸਮਝਦਾ ਇਸ ਪੱਖ ਤੋਂ ਉਪਰਾਲਾ ਕਰਨਾ ਚਾਹੀਦਾ। ਇਸ ਦੇਸ਼ ਦਾ ਕਾਨੂੰਨ ਆ ਜਿਹੜਾ ਚਾਹੇ ਸੁਪਰੀਮ ਕੋਰਟ ਦਾ, ਉਹ ਸਾਰੇ ਦੇਸ਼ ਲਈ ਇੱਕ ਹੈ, ਸੋ ਉਹ ਸਾਡੇ ਤੇ ਵੀ ਕਿਤੇ ਨਾ ਕਿਤੇ ਲਾਗੂ ਹੁੰਦਾ ਉਹ ਚੀਜ਼, ਉਹਦੇ ਲਈ ਵੀ ਸਾਨੂੰ ਉਪਰਾਲਾ ਜਿਹੜਾ ਆਉਣ ਵਾਲੇ ਟਾਈਮ। ਬੀਜੇਪੀ ਦੇ ਵਿੱਚ ਇੱਕ ਹਰਜੀਤ ਸਿੰਘ ਗਰੇਵਾਲ ਜੀ ਨੇ ਉਹ ਕਹਿ ਰਹੇ ਨੇ, ਕਹਿੰਦੇ ਅਸੀਂ ਨਹੀਂ ਅੜਿੱਕਾ ਬਣ ਰਹੇ, ਭਾਜਪਾ ਨਹੀਂ ਅੜਿੱਕਾ ਬਣ ਰਹੀ ਬੰਦੀ ਸਿੰਘ ਦੀ ਰਿਹਾਈ, ਕੇਜਰੀਵਾਲ ਜੀ ਅੜਿੱਕਾ ਬਣ ਰਹੇ ਨੇ, ਨਹੀਂ ਸਾਈਨ ਕਰ ਰਹੇ। ਦੇਖੋ ਕੇਜਰੀਵਾਲ ਸਾਹਿਬ ਤਾਂ ਅੜਿੱਕਾ ਬਣਦੇ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਭੁੱਲਰ ਜਿਹੜੀ ਭੁੱਲਰ ਸਾਹਿਬ ਦੀ ਰਿਹਾਈ ਹੈ ਉਹ ਕੇਜਰੀਵਾਲ ਸਾਹਿਬ ਕੱਲ੍ਹ ਨੂੰ ਕੇਜਰੀਵਾਲ ਸਾਹਿਬ ਲਿਖ ਕੇ ਦੇਣ ਤਾਂ ਕੱਲ੍ਹ ਨੂੰ ਉੱਥੋਂ ਰਿਹਾ ਹੋ ਸਕਦੇ ਨੇ। ਪਰ ਜਿਹੜੇ ਦੂਜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਕਿਤੇ ਨਾ ਕਿਤੇ ਜਿਹੜਾ ਉਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਕੇਂਦਰ ਸਰਕਾਰ ਤੋਂ ਬਿਨਾਂ ਨਹੀਂ ਹੋਣੀ, ਕੇਂਦਰ ਸਰਕਾਰ ਆਪਣੇ ਵੱਲੋਂ ਲਿਖ ਕੇ ਦੇਵੇ। ਕਿਉਂਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ 2019 ਦੇ ਵਿੱਚ ਇਹ ਗੱਲ ਕਹੀ ਵੀ ਅਸੀਂ ਬੰਦੀ ਸਿੰਘ ਰਿਹਾ ਕਰਾਂਗੇ, ਪਰ ਦੂਜੇ ਪਾਸੇ ਉਹੀ ਸਰਕਾਰ ਕੇਂਦਰ ਸਰਕਾਰ ਸੁਪਰੀਮ ਕੋਰਟ ਨੂੰ ਹਲਫਨਾਮਾ ਦੇ ਰਹੀ ਹੈ ਵੀ ਜੇ ਇਹਨਾਂ ਸਿੰਘਾਂ ਨੂੰ ਛੱਡ ਦਿੱਤਾ ਗਿਆ, ਇਹਨਾਂ ਕੈਦੀਆਂ ਨੂੰ ਛੱਡ ਦਿੱਤਾ ਗਿਆ ਤਾਂ ਦੇਸ਼ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ, ਫਿਰ ਕਿਵੇਂ ਉਹਨੂੰ ਰਿਲੀਜ਼ ਹੋਣਗੇ ਜੇਲ੍ਹ ਦੇ ਵਿੱਚੋਂ। ਸੋ ਇਸ ਕਰਕੇ ਜਿਹੜੀ ਬੀਜੇਪੀ ਸਰਕਾਰ ਹੈ ਇਹ ਵੀ ਦੋਸ਼ੀ ਹੈ, ਪੂਰਨ ਤੌਰ ਤੇ ਦੋਸ਼ੀ ਹੈ, ਬੀਜੇਪੀ ਦਾ ਹੱਥ ਹੈ ਪੂਰਾ, ਔਰ ਨਾਲ ਜਿਹੜੀ ਸਾਡੀ ਮੌਜੂਦਾ ਸਰਕਾਰ ਹੈ, ਸਟੇਟ ਦੀ ਸਰਕਾਰ ਹੈ, ਜਿਹੜੀ ਮਰਜ਼ੀ ਹੈ, ਚਾਹੇ ਅੱਜ ਦੀ ਹੈ, ਇਹ ਵੀ ਨਾਲ ਰਲੀ ਹੋਈ ਹੈ। ਅੱਛਾ, ਤੁਹਾਡਾ ਨਿੱਜੀ ਓਪੀਨੀਅਨ ਕੀ ਆ? ਜਿਵੇਂ ਤੁਸੀਂ ਕਹਿੰਦੇ ਹੋ ਜਿਵੇਂ ਉਹ ਬਾਹਰ ਆ ਜਾਂਦੇ ਨੇ ਬੰਦੀ ਸਿੰਘ, ਕਿਤੇ ਲੀਡਰਾਂ ਨੂੰ ਤਾਂ ਨਹੀਂ ਖਤਰਾ ਵੀ ਕਿਤੇ ਵਿਰੋਧੀ ਧਿਰ ਨਾ ਬਣ ਜਾਵੇ, ਕਿਤੇ ਆ ਕੇ ਵੋਟਾਂ ਇਲੈਕਸ਼ਨਾਂ ਦੇ ਵਿੱਚ ਆਪਣੀ ਪਾਰਟੀ ਨਾ ਬਣ ਜਾਵੇ ਇਹਨਾਂ ਦੀ? ਦੇਖੋ ਜਿੰਨੇ ਲੀਡਰ ਨੇ, ਲੀਡਰਾਂ ਨੂੰ ਤਾਂ ਖਤਰਾ ਹੀ ਇਹੀ ਹੈ, ਹੋਰ ਤਾਂ ਇਹਨਾਂ ਨੂੰ ਕੋਈ ਬਿਮਾਰੀਆਂ ਨਹੀਂ ਹੈ, ਇਹਨਾਂ ਨੂੰ ਤਾਂ ਸਿਰਫ ਤੇ ਸਿਰਫ ਆਪਣਾ ਰਾਜ ਭਾਗ ਚਾਹੀਦਾ, ਸਿਰਫ ਤੇ ਸਿਰਫ ਕੁਰਸੀ ਚਾਹੀਦੀ ਹੈ, ਚਾਹੇ ਉਹ ਕੋਈ ਮਰਜ਼ੀ ਪਾਰਟੀ ਹੋਵੇ। ਇਹਨਾਂ ਨੇ ਆਪਣਾ ਰਾਜ ਭਾਗ ਦੇਖਣਾ, ਇਹਨਾਂ ਨੂੰ ਲੋਕਾਂ ਤੱਕ ਕੋਈ ਮਤਲਬ ਨਹੀਂ। ਦੇਖੋ ਇਹੀ ਲੀਡਰ ਪਹਿਲਾਂ ਹੱਥ ਬੰਨ ਕੇ ਮਿੰਨਤਾਂ ਕਰਦੇ ਹੁੰਦੇ ਨੇ, ਜਿੱਦਣ ਇਹ ਰਾਜ ਭਾਗ ਇਹਨਾਂ ਨੂੰ ਮਿਲ ਜਾਂਦਾ ਹੈ, ਚਾਹੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਦਾ, ਚਾਹੇ ਕਿਸੇ ਦੇ, ਉਦੋਂ ਸਾਰੀਆਂ ਲੋਕਾਂ ਦੀਆਂ ਪਬਲਿਕ ਦੀਆਂ ਜਿੰਨੀਆਂ ਮੰਗਾਂ ਨੇ ਉਹ ਸਾਰੀਆਂ ਮੰਗਾਂ ਨੂੰ ਭੁੱਲ ਜਾਂਦੇ ਨੇ। ਸੋ ਇਸ ਕਰਕੇ ਅੱਜ ਦਾ ਜਿਹੜਾ ਜਿੰਨੇ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਜਿਹਨੇ, ਉਹ ਸਾਰੇ ਲੀਡਰਾਂ ਨੂੰ ਇਸੋ ਗੱਲ ਤੋਂ ਖਤਰਾ ਹੈ ਵੀ ਜੇ ਕਿਤੇ ਇਹ ਬਾਹਰ ਆ ਗਏ, ਜਦ ਅੱਜ ਇਹਨਾਂ ਨੂੰ ਰਿਹਾ ਕਰਾਉਣ ਵਾਸਤੇ ਇੰਨੀ ਸੰਗਤ ਅੱਜ ਪੂਰੇ ਪੰਜਾਬ ਦੇ ਨਹੀਂ ਬਲਕਿ ਪੂਰੇ ਦੇਸ਼ ਵਿਦੇਸ਼ ਤੋਂ ਵੀ ਜਿਹੜੀਆਂ ਸੰਗਤਾਂ ਦੀ ਮੰਗ ਉੱਠੀ ਹੈ ਵੀ ਅੱਜ ਇਹਨਾਂ ਦੇ ਪਿੱਛੇ ਇੰਨੇ ਜਿਹੜੀ ਸੰਗਤ ਆ ਪਿੱਛੇ ਖੜੀ ਹੈ ਵੀ ਕੱਲ੍ਹ ਨੂੰ ਕਿਤੇ ਜੇ ਬਾਹਰ ਆ ਗਏ ਸ਼ਾਇਦ ਕਿਤੇ ਸਾਡੀਆਂ ਕੁਰਸੀਆਂ ਨੂੰ ਖਤਰਾ ਨਾ ਹੋ ਜਾਵੇ। ਸੋ ਇਸੇ ਕਰਕੇ ਮੈਂ ਸਮਝਦਾ ਲੀਡਰਾਂ ਨੂੰ ਵੀ ਬਹੁਤ ਵੱਡਾ ਖਤਰਾ, ਪਰ ਜਿਹੜਾ ਸਾਡਾ ਹੱਕ ਹੈ, ਜੋ ਸਾਡਾ ਰਾਈਟ ਹੈ, ਮਨੁੱਖੀ ਅਧਿਕਾਰ ਨੇ ਜੋ ਸਾਡੇ, ਉਹ ਹਰ ਇੱਕ ਇਨਸਾਨ ਦੇ ਲਈ ਇੱਕ ਨੇ। ਸੋ ਇਸ ਕਰਕੇ ਜਿੰਨੇ ਵੀ ਸਾਡੇ ਬੰਦੀ ਸਿੰਘ ਅੰਦਰ ਨੇ ਉਹ ਤੁਰੰਤ ਜਿਹੜੇ ਰਿਹਾ ਕਰਨੇ ਚਾਹੀਦੇ ਨੇ। ਅੱਛਾ ਬਾਈ, ਉਹ ਕੁਰਸੀ ਉਹ ਇਹੋ ਜਿਹੀ ਆ ਜਦੋਂ ਲਾਲਚ ਆ ਜਾਂਦੇ ਨੇ ਸੱਤਾ ਦੇ ਵਿੱਚ, ਸਰਕਾਰਾਂ ਆ ਜਾਂਦੀਆਂ ਨੇ, ਆਪਣੀਆਂ ਵੱਡੇ ਅਹੁਦੇ ਮਿਲ ਜਾਂਦੇ ਨੇ, ਉੱਥੇ ਬੈਠ ਕੇ ਭੁੱਲ ਜਾਂਦੇ ਨੇ, ਜਾਂ ਕੁਰਸੀ ਇਹੋ ਜਿਹੀ ਆ ਵੀ ਬਸ ਆਵਾਮ ਦਾ ਚੇਤਾ ਹੀ ਨਹੀਂ ਰਹਿੰਦਾ? ਦੇਖੋ ਇਹ ਤਾਂ ਹੁਣ ਸਾਬਤ ਹੋ ਹੀ ਗਈ ਨਾ ਗੱਲ, ਜਿਹੜੇ ਮੁੱਖ ਮੰਤਰੀ ਕੋਈ ਵੀ ਬਣਦਾ, ਚਾਹੇ ਹੁਣ ਭਗਵੰਤ ਮਾਨ ਜੀ ਨੇ ਜੇ ਆਪਣਾ ਪਹਿਲਾਂ ਗੱਲ ਕਰਕੇ ਹਟਿਆ, ਉਹਨਾਂ ਨੇ ਵੀ ਇਹ ਵਾਅਦਾ ਕੀਤਾ ਵੀ ਅਸੀਂ ਇਹਨਾਂ ਨੂੰ ਸਾਰੇ ਲੋਕਾਂ ਨੂੰ ਕਟਹਿਰੇ 'ਚ ਖੜੇ ਕਰਾਂਗੇ, ਔਰ ਸੰਧਵਾ ਸਾਹਿਬ ਨੇ ਵੀ ਇਹ ਗੱਲ ਕਹੀ। ਇਹ ਤਾਂ ਹੁਣ ਸਾਬਤ ਹੋ ਗਈ ਗੱਲ ਵੀ ਇਹਨਾਂ ਨੂੰ ਸਿਰਫ ਤੇ ਸਿਰਫ ਚੌਧਰ ਚਾਹੀਦੀ ਹੈ, ਇਹਨਾਂ ਨੂੰ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਤੋਂ ਇੱਕ ਸ਼ਕਤੀ ਲੈ ਕੇ ਇਹ ਮੁੱਖ ਮੰਤਰੀ ਬਣ ਗਏ। ਪਰ ਅੱਜ ਜਿੰਨੀਆਂ ਸੰਗਤਾਂ ਦੀਆਂ ਮੰਗਾਂ ਨੇ, ਜੋ ਸਾਡੀ ਸਭ ਤੋਂ ਵੱਡੀਆਂ ਮੰਗਾਂ ਨੇ, ਸਭ ਤੋਂ
ਸੁਪਰੀਮ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਅੱਜ ਸਾਡਾ ਉਹਦੇ ਲਈ ਸਾਨੂੰ ਇਨਸਾਫ ਲਈ ਸਾਨੂੰ ਭਟਕਣਾ ਪੈ ਰਿਹਾ ਸੀ, ਸੜਕਾਂ ਤੇ ਬੈਠੇ ਆਂ, ਠੀਕ ਹੈ। ਔਰ ਬੰਦੀ ਸਿੰਘਾਂ ਦੀ ਰਿਹਾਈ ਜਿਨ੍ਹਾਂ ਨੇ ਸਜ਼ਾਵਾਂ ਆਪਣੀਆਂ ਕਾਨੂੰਨ ਵਿਧਾਨ ਦੇ ਹਿਸਾਬ ਨਾਲ ਆਪਣੀਆਂ ਪੂਰੀਆਂ ਕਰ ਲਈਆਂ, ਔਰ ਉਹ ਅੱਜ ਜੇਲ੍ਹਾਂ ਦੇ ਵਿੱਚ ਬੰਦ ਨੇ। ਇਸ ਤੋਂ ਵੱਡੀ ਬੇਇਨਸਾਫੀ ਕੀ ਹੋ ਸਕਦੀ ਹੈ? ਤੁਸੀਂ ਇਹ ਮੰਨਦੇ ਹੋ ਕਿਸੇ ਲੀਡਰ ਦਾ ਕੋਈ ਛੋਟੀ ਜੀ ਚੀਜ਼ ਵੀ ਗੁੰਮ ਹੋ ਜਾਵੇ, ਫਟਾਫਟ 1-2 ਦਿਨ ਹੀ ਲੱਗਣਗੇ, ਇਨਕੁਆਰੀਆਂ ਹੋ ਜਾਣਗੀਆਂ, ਸਾਰਾ ਕੁਝ ਵੜਿਆ। 328 ਸਰੂਪ ਬੇਅਦਬੀਆਂ ਲਗਾਤਾਰ ਹੋਈਆਂ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਵੀ ਹੋਈਆਂ। ਅੱਜ ਤੱਕ ਨਹੀਂ ਪਤਾ ਚੱਲ ਸਕਿਆ ਕਿਹਨੇ ਕੀਤੀਆਂ। ਅਸੀਂ CCTV ਵੀ ਲਵਾ ਲਏ, ਕੁਛ ਨਹੀਂ ਪਤਾ ਚੱਲ ਸਕਿਆ, ਨਹੀਂ ਪਹੁੰਚ ਸਕੇ ਜਿਹੜੇ ਮਾਸਟਰਮਾਈਂਡ ਸੀ ਬੇਅਦਬੀ ਦੇ। ਦੇਖੋ, ਜੇ ਨਹੀਂ ਕੋਈ ਸਾਨੂੰ ਇਨਸਾਫ ਮਿਲਿਆ, ਚਾਹੇ ਉਹ 328 ਸਰੂਪਾਂ ਦਾ, ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਇਸੇ ਕਰਕੇ ਜਿਹੜੀ ਸੰਗਤ ਹੈ ਇੰਨੇ ਰੋਹ 'ਚ ਹੈ, ਇੰਨੇ ਗੁੱਸੇ 'ਚ ਹੈ ਵੀ ਸਾਨੂੰ ਅੱਜ ਤੱਕ ਇਸ ਗੱਲ ਦਾ ਇਨਸਾਫ ਨਹੀਂ ਮਿਲਿਆ। ਤੁਸੀਂ ਰਾਜ ਭਾਗ ਵੀ ਲੈ ਲਏ, ਤੁਸੀਂ ਸਾਡੇ ਕੋਲ ਝੂਠੀਆਂ ਸਹੁੰਆਂ ਵੀ ਖਾ ਲਈਆਂ, ਤੁਸੀਂ ਹਰ ਵਾਅਦਾ ਵੀ ਕਰ ਲਿਆ, ਸਾਨੂੰ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਇਸੇ ਕਰਕੇ ਸੰਗਤ ਰੋਹ 'ਚ ਹੈ, ਇਸੇ ਕਰਕੇ ਸੰਗਤ ਆਪਣੇ ਕੰਮਕਾਰ ਛੱਡ ਕੇ ਅੱਜ ਹਰ ਕੁਰਬਾਨੀ ਦੇਣ ਲਈ ਇੱਥੇ ਸੰਗਤ ਤਿਆਰ ਖੜੀ ਹੈ। ਸੋ ਮੈਂ ਸਮਝਦਾ ਅਜੇ ਵੀ ਲੀਡਰਾਂ ਨੂੰ ਸਮਝਣਾ ਚਾਹੀਦਾ, ਅਜੇ ਵੀ ਜਿਹੜੇ ਬੜੇ ਵੱਡੇ ਭੁਲੇਖਿਆਂ 'ਚ ਨੇ ਉਹਨਾਂ ਨੂੰ, ਜਿਹਨੇ ਕਿਸੇ ਨੇ ਕਿਸੇ ਸਮੇਂ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਬਿਲਕੁਲ ਦੋਸ਼ੀ ਸਾਬਤ ਕਰਨਾ ਚਾਹੀਦਾ, ਔਰ ਜਿਹਨੇ ਕੀਤੀਆਂ ਨੇ ਉਹਨਾਂ ਨੂੰ ਗਲਤੀ ਸੰਗਤ ਤੋਂ ਮੰਨਣੀ ਚਾਹੀਦੀ ਹੈ, ਤਾਂ ਭਲਾ ਹੋ ਸਕਦਾ। ਨਹੀਂ ਇਹਨਾਂ ਨੂੰ ਕਦੇ ਵੀ ਕਿਸੇ ਨੇ ਮਾਫ ਨਹੀਂ ਕਰਨਾ, ਸੰਗਤ ਇਹਨਾਂ ਨੂੰ ਬਿਲਕੁਲ ਮਾਫ ਨਹੀਂ ਕਰੇਗੀ ਜਿੰਨਾ ਚਿਰ ਇਹ ਸਾਨੂੰ ਇਨਸਾਫ ਨਹੀਂ ਮਿਲਦਾ ਔਰ ਜਿਹੜੇ ਦੋਸ਼ੀ ਨੇ ਕਟਹਿਰੇ 'ਚ ਖੜੇ ਨਹੀਂ ਹੁੰਦੇ। ਬਾਈ, ਡੇਰਾ ਸਿਰਸਾ ਦੇ ਪ੍ਰਮੁੱਖ ਆਗੂ ਨੇ, ਪ੍ਰਬੰਧਕ ਨੇ, ਉਹ ਪਰੋਲ ਤੇ ਫੇਰ ਆਏ ਹੋਏ ਨੇ ਬਾਹਰ। ਦੇਖੋ, ਇਹ ਤਾਂ ਗੱਲ ਜਿਵੇਂ ਮੰਨ ਲਓ ਤੁਹਾਡੇ ਜਿਹੜੇ ਵੱਡੇ ਵੱਡੇ ਦੋਸ਼ੀ ਨੇ, ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ, ਚਾਹੇ ਬਿਲਕਿਸ ਬਾਨੋ ਜਿਹੜਾ ਉਹਦਾ ਉਸ ਸਮੇਂ 14 ਪਰਿਵਾਰ ਦੇ ਜੀਆਂ ਦਾ ਉਹਨਾਂ ਦਾ ਕਤਲ ਹੋਇਆ, ਉਹਨਾਂ ਨੂੰ ਰਹਿਤ ਦੇ ਕੇ, ਐਡੇ ਐਡੇ ਕਾਤਲਾਂ ਨੂੰ ਰਹਿਤ ਦੇ ਕੇ, ਮਾਫੀ ਦੇ ਕੇ ਬਾਹਰ ਕੱਢਿਆ ਗਿਆ। ਔਰ ਜਿਨ੍ਹਾਂ ਨੂੰ ਅਦਾਲਤਾਂ ਨੇ ਇਹ ਗੱਲ ਮੰਨੀ ਵੀ ਇਹ ਕਾਤਲ ਨੇ, ਅਦਾਲਤਾਂ ਨੇ ਇਹ ਗੱਲ ਮੰਨੀ ਵੀ ਇਹ ਬਲਾਤਕਾਰੀ ਨੇ, ਉਹਨਾਂ ਨੂੰ ਪੈਰੋਲ ਤੇ ਛੱਡਿਆ ਜਾ ਰਿਹਾ। ਉਹਨਾਂ ਨੂੰ ਦੇਖੋ, ਜਿਹਨੇ ਕਿਸਾਨੀ ਸੰਘਰਸ਼ ਕਰ ਰਹੇ ਸਾਡੇ ਕਿਸਾਨਾਂ ਦੇ ਉੱਤੇ, ਇੱਕ ਮੰਤਰੀ ਦੇ ਲੜਕੇ ਨੇ ਉੱਥੇ ਸ਼ਰੇਆਮ ਗੱਡੀ ਜੀਪ ਚੜਾ ਕੇ ਕਤਲੇਆਮ ਕਰਤਾ, ਕਤਲ ਕਰਤਾ, ਉਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਜਾ ਰਹੀਆਂ ਨੇ। ਸੋ ਇਸ ਤੋਂ ਵੱਡੀ ਵੀ ਕੀ ਬੇਇਨਸਾਫੀ ਹੋ ਸਕਦੀ ਹੈ? ਅੱਜ ਮੈਂ ਸਮਝਦਾ ਘੱਟ ਗਿਣਤੀਆਂ ਨਾਲ ਇਸ ਦੇਸ਼ ਦੇ ਵਿੱਚ ਧੱਕਾ ਹੋ ਰਿਹਾ। ਇੱਥੇ ਕੋਈ ਰੂਲ ਨਹੀਂ, ਕੋਈ ਸੰਵਿਧਾਨ ਨਹੀਂ। ਜਿਹੜਾ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਇਹ ਭਾਰਤ ਦੇਸ਼ ਕਹਾ ਰਿਹਾ, ਅੱਜ ਇਹਦੀ ਸਾਰਿਆਂ ਨਾਲੋਂ ਜੇ ਜ਼ਿਆਦਾ ਲੋਕਤੰਤਰ ਦਾ ਘਾਣ ਹੋ ਰਿਹਾ ਤਾਂ ਭਾਰਤ ਦੇ ਵਿੱਚ ਹੋ ਰਿਹਾ। ਸੋ ਅਸੀਂ ਇਹ ਵੀ ਬੇਨਤੀ ਕਰਦੇ ਹਾਂ, ਜਿੱਥੇ ਵੀ ਸੰਗਤ ਕਿਤੇ ਵੀ ਬੈਠੀ ਹੈ, ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹੈ, ਜਿਹੜੀ ਇਹ ਸਮਝਦੀ ਹੈ ਵੀ ਹਰ ਇੱਕ ਦਾ ਮਨੁੱਖੀ ਅਧਿਕਾਰ, ਹਰ ਇੱਕ ਦਾ ਰਾਈਟ ਹੈ, ਆਪਣਾ ਹੱਕ ਹੈ, ਉਹ ਮੈਂ ਸਮਝਦਾ ਚਾਹੇ ਦੇਸ਼ 'ਚ ਬੈਠੀ ਹੈ ਚਾਹੇ ਵਿਦੇਸ਼ 'ਚ ਬੈਠੀ ਹੈ, ਸਾਰੀ ਸੰਗਤਾਂ ਨੂੰ ਇਹਦਾ ਪ੍ਰੋਟੈਸਟ ਕਰਨਾ ਚਾਹੀਦਾ, ਤਾਂ ਕਿ ਸਾਡਾ UNO ਤੱਕ ਸਾਡਾ ਜਿਹੜਾ ਇਹ ਮੈਸੇਜ ਜਾਵੇ, ਉੱਥੇ ਪਤਾ ਲੱਗੇ ਦੁਨੀਆ ਭਰ 'ਚ ਵੀ ਭਾਰਤ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਸਿੱਖਾਂ ਨਾਲ, ਘੱਟ ਗਿਣਤੀ ਦੇ ਲੋਕਾਂ ਨਾਲ ਧੱਕਾ ਹੋ ਰਿਹਾ। ਅੱਛਾ ਬਾਈ, ਰਿਹਾਈ ਮੋਰਚੇ ਤੋਂ ਹਟ ਕੇ ਮੇਰਾ ਸਵਾਲ ਆ, ਪਹਿਲਾਂ ਦਿੱਲੀ ਦੀਆਂ ਬਹਰੂਆਂ ਤੇ ਕਿਸਾਨੀ ਮੋਰਚਾ ਚੱਲਿਆ, ਹੁਣ ਚੰਡੀਗੜ੍ਹ ਦੇ ਵਿੱਚ ਬੈਠੇ ਹਾਂ, ਅਸੀਂ ਬਾਰਡਰ ਤੇ ਬੈਠੇ ਹਾਂ, ਰਿਹਾਈ ਮੋਰਚਾ ਚੱਲ ਰਿਹਾ। ਭਾਜਪਾ ਪੰਜਾਬ ਦੇ ਵਿੱਚ ਲਗਾਤਾਰ ਗ੍ਰਾਫ ਆਪਦਾ ਵਧਾ ਰਹੀ ਆ, ਵੱਡੇ ਲੀਡਰ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ। ਤੁਸੀਂ ਪੰਜਾਬ ਦੇ ਵਿੱਚ ਭਾਜਪਾ ਦਾ ਭਵਿੱਖ ਕਿਵੇਂ ਦੇਖਦੇ ਹੋ ਆਉਣ ਵਾਲੀਆਂ 2024 ਦੇ ਵਿੱਚ? ਦੇਖੋ, ਜਿਹੜਾ ਪੰਜਾਬ ਦੇ ਲੋਕਾਂ ਦੀ ਗੱਲ ਸੁਣੇਗਾ, ਜਿਹੜਾ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨੂੰ ਮੰਨੇਗਾ, ਔਰ ਉਹੀ ਆਉਣ ਵਾਲੇ ਸਮੇਂ 'ਚ ਜਿਹੜੀ ਹੈ ਸਰਕਾਰ ਬਣਾ ਸਕਦਾ। ਨਹੀਂ ਇੱਥੇ ਚਾਹੇ ਜਿਹੜੀ ਮਰਜ਼ੀ ਪਾਰਟੀ ਆਈ ਜਾਵੇ, ਉਹ ਕਿਸੇ ਪਾਰਟੀ ਦਾ ਜਿੰਨਾ ਚਿਰ ਸਾਨੂੰ ਇਹ ਚਾਰ ਗੱਲਾਂ ਦਾ ਇਨਸਾਫ ਨਹੀਂ ਮਿਲਦਾ, ਜਦ ਸਾਡੇ ਦੇਖੋ ਜਿਹੜੀ ਸਟੇਟ ਦੇ ਵਿੱਚ ਸਾਡੇ ਅਧਿਕਾਰ ਹੀ ਨਹੀਂ ਸਾਨੂੰ ਮਿਲ ਰਹੇ, ਜਿਹੜੇ ਸਾਡੇ ਹੱਕ ਨੇ ਸਾਨੂੰ ਹੱਕ ਹੀ ਨਹੀਂ ਮਿਲ ਰਹੇ, ਜੋ ਸਾਡੀਆਂ ਮੰਗਾਂ ਨੇ ਸਾਨੂੰ ਸਾਡੀਆਂ ਮੰਗਾਂ ਹੀ ਨਹੀਂ ਸਾਡੀਆਂ ਪੂਰੀਆਂ ਹੋ ਰਹੀਆਂ, ਫਿਰ ਇਹਨਾਂ ਨੂੰ ਵੋਟ ਕਿਹਨੇ ਪਾਉਣੀ ਹੈ? ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ। ਵੋਟ ਉਹਨੂੰ ਮਿਲੂਗੀ ਜਿਹੜਾ ਸਾਨੂੰ ਸਾਡੇ ਹੱਕ ਦਊਗਾ, ਜਿਹੜੀਆਂ ਸਾਡੀਆਂ ਮੰਗਾਂ ਮੰਨੇਗਾ, ਜਿਹੜਾ ਸਾਡਾ ਆਉਣ ਵਾਲੇ ਸਮੇਂ 'ਚ ਸਾਨੂੰ ਲੱਗਦਾ ਵੀ ਸਾਡੇ ਸਟੇਟ ਦਾ ਚੰਗਾ ਭਵਿੱਖ ਬਣ ਸਕਦਾ, ਉਹ ਪਾਰਟੀ ਹੀ ਸੱਤਾ 'ਚ ਆ ਸਕਦੀ ਆ। ਬਈ ਕਹਿੰਦੇ 2% ਨੇ ਸਿੱਖ, ਐਡੀ ਆਬਾਦੀ ਹੈ ਨਹੀਂ, ਮੰਨਦੇ ਨਹੀਂ ਹੋ ਯਾਰ। ਨਹੀਂ 2% ਪੰਜਾਬ 'ਚ 2% ਆਬਾਦੀ ਨਹੀਂ ਹੈਗੀ। ਦੇਸ਼ ਦੇ ਵਿੱਚ ਜਦੋਂ ਦੇਸ਼ ਵਿੱਚ 2% ਆਬਾਦੀ ਨੇ ਕੇਂਦਰ ਸਰਕਾਰ ਦੇ ਗੋਡੇ ਲਵਾਏ ਕਿ ਨਹੀਂ ਲਵਾਏ? 2% ਆਬਾਦੀ ਦੀ ਨਾ ਪੂਰੇ ਦੇਸ਼ 'ਚ। ਇੱਥੇ ਤਾਂ ਸਾਡਾ ਘਰ ਹੈ ਪੰਜਾਬ ਦੇ ਵਿੱਚ, ਇੱਥੇ ਸਾਡੀ ਬਹੁਤ ਗਿਣਤੀ ਹੈ, ਇਸ ਕਰਕੇ ਇੱਥੇ ਤਾਂ ਇਹ ਸਰਕਾਰਾਂ ਨੂੰ ਤਾਂ ਮੰਨਣੀ ਓ ਪੈਣਾ। ਜਿੰਨਾ ਚਿਰ ਮੰਨਦੇ ਨਹੀਂ ਉਹਨਾਂ ਚਿਰ ਇਹ ਮੋਰਚਾ ਪੂਰਾ ਇੱਥੇ ਸੰਗਤ ਜਿਹੜੀ ਪੂਰੀ ਡਟੀ ਰਹੂਗੀ। ਠੀਕ ਆ, ਧੰਨਵਾਦ ਬਾਈ, ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਨਾਲ ਬਾਈ ਬਲਜੀਤ ਸਿੰਘ ਭੁੱਟਾ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਬੜੇ ਬੇਵਾਕੀ ਨਾਲ ਸਾਡੇ ਨਾਲ ਸਾਂਝੇ ਕੀਤੇ। ਅਜਿਹੀਆਂ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ। ਕੈਮਰਾਮੈਨ ਦਿਲਰਾਜ ਦੇ ਨਾਲ ਵਿੱਕੀ ਜਰਖੜ ਦੀ ਮੋਹਾਲੀ ਤੋਂ ਖਾਸ ਰਿਪੋਰਟ।